ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਗਣਿਚੈ। ਤ੍ਰਿਭਵਨ ਮਹੀ ਪਸੁਰ ਨਰ ਅਸੁਰ ਨੇਤ ਨੇਤ ਬਨ ਤਿਰਣ ਕਹਿਤ। ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ। ਵਾਹਿਗੁਰੂ ਜੀ ਖੋਟੇ ਖਰੇ ਸਭ ਪਰਖੀਅਨ ਤਿਤ ਸੱਚੇ ਕੈ ਦਰਬਾਰਾ ਰਾਮ। ਖੋਟੇ ਦਰਗਹਿ ਸੁਟੀਅਨ ਰਾਮ। ਖੋਟੇ ਖਰੇ ਸਭ ਪਰਖੀਅਨ ਤਿਤ ਸੱਚੇ ਕੈ ਦਰਬਾਰਾ ਰਾਮ। ਖੋਟੇ ਦਰਗਹਿ ਸੁਟੀਅਨ ਊਬੇ ਕਰਨ ਪੁਕਾਰਾ ਰਾਮ। ਊਬੇ ਕਰਨ ਪੁਕਾਰਾ ਮੁਗਧ ਗਵਾਰਾ ਮਨ ਮੁਖ ਜਨਮ ਗਵਾਇਆ। ਵਿਖਿਆ ਮਾਇਆ ਜਿਨ ਜਗਤ ਭੁਲਾਇਆ ਸਾਚਾ ਨਾਮ ਨਾ ਪਾਇਆ। ਮਨਮੁਖ ਸੰਤਾਂ ਨਾਲ ਵੈਰ ਕਰ ਦੁਖ ਖੱਟੇ ਸੰਸਾਰਾ। ਖੋਟੇ ਖਰੇ ਪਰਖੀਅਨ ਤਿਤ ਸੱਚੈ ਦਰਬਾਰਾ ਰਾਮ। ਮਨਮੁਖ ਸੰਤਾਂ ਨਾਲ ਵੈਰ ਕਰ ਦੁਖ ਖੱਟੇ ਸੰਸਾਰਾ। ਖੋਟੇ ਖਰੇ ਪਰਖੀਅਨ ਤਿਤ ਸੱਚੈ ਦਰਬਾਰਾ ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਦਾਨ ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਮਹਾਰਾਜ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਸ਼ਬਦ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹਨ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਦੇ ਮਹਾਵਾਕ ਅਨੁਸਾਰ ਗੁਰੂ ਕੀ ਸੰਗਤ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਜੋ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਕਥਾ ਵਡਰੰਸ ਰਾਗ ਦੇ ਅੰਦਰ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਛੰਤ ਉਚਾਰਨ ਕੀਤੇ ਹਨ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਿਰਾਜਮਾਨ ਸਨ ਤਾਂ ਉੱਥੇ ਸਤਿਗੁਰੂ ਜੀ ਨੂੰ ਜਿੱਥੇ ਸ਼ਰਧਾਵਾਨ ਗੁਰੂ ਕੇ ਪਿਆਰੇ ਗੁਰੂ ਕੇ ਸਿੱਖਾਂ ਦੀ ਸੰਗਤ ਗੁਰੂ ਕੇ ਸਿੱਖਾਂ ਦਾ ਪਿਆਰ ਮਿਲਿਆ ਹੈ, ਉੱਥੇ ਕੁਝ ਦੁਸ਼ਟ ਬੰਦੇ ਜਿਨ੍ਹਾਂ ਦੀ ਬਿਰਤੀ ਖੋਟੀ ਸੀ ਉਹਨਾਂ ਦੇ ਨਾਲ ਵੀ ਵਾਹ ਪਿਆ ਹੈ। ਗੋਂਦੇ ਖੱਤਰੀ ਦੇ ਪੁੱਤਰ ਜੋ ਜਾਤੀ ਕਰਕੇ ਮਰਵਾਏ ਸਨ, ਕਿਉਂਕਿ ਗੋਂਦਾ ਜੋ ਸੀ ਉਹ ਮਰਵਾਏ ਗੋਤ ਦਾ ਚੌਧਰੀ ਸੀ ਔਰ ਗੋਂਦਵਾਲ ਸਾਹਿਬ ਉਸੇ ਨੇ ਆਪਣੇ ਨਾਂ 'ਤੇ ਵਸਾਇਆ ਸੀ। ਪਰ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕੀਤੀ ਸੀ, ਮਹਾਰਾਜ ਇਹ ਜੋ ਮੈਂ ਨਗਰ ਵਸਾਇਆ ਹੈ ਵਸਾ ਰਿਹਾ ਹਾਂ, ਇਸ ਨਗਰ ਦੇ ਵਿੱਚ ਬਹੁਤ ਸਾਰੀਆਂ ਮਾੜੀਆਂ ਰੂਹਾਂ ਨੇ ਵਾਸਾ ਕਰ ਲਿਆ ਹੈ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਕਈ ਕਰੋੜਾਂ ਦੀ ਤਾਦਾਦ ਵਿੱਚ ਭੂਤ ਪ੍ਰੇਤ ਬੈਤਾਲ ਜਿੰਨ ਹਨ ਜਿਹੜੇ ਇਸ ਸੰਸਾਰ ਵਿੱਚ ਅਵਗਤ ਵਿਚਰਦੇ ਹਨ। ਉਹ ਵੀ ਇੱਕ ਪ੍ਰੇਤ ਵੀ ਇੱਕ ਜੂਨੀ ਹੈ, ਪ੍ਰੇਤ ਜੂਨ ਵਲ ਵਲ ਉਤਰ ਹੈ। ਉਹ ਐਸੇ ਪ੍ਰੇਤ ਜੋ ਉਸ ਨਗਰੀ ਵਿੱਚ ਵਾਸਾ ਕਰ ਚੁੱਕੇ ਹਨ। ਅਸੀਂ ਰਾਤ ਨੂੰ ਕੰਧਾਂ ਖੜੀਆਂ ਕਰਕੇ ਛੱਡਦੇ ਹਾਂ ਵੀ ਕੱਲ੍ਹ ਨੂੰ ਛੱਤ ਪਾਵਾਂਗੇ, ਅਤੇ ਰਾਤ ਨੂੰ ਕੋਈ ਕੰਧਾਂ ਢਾਹ ਜਾਂਦਾ ਹੈ
ਕੋਈ ਕਿਸੇ ਨੂੰ ਕਿਸੇ ਪ੍ਰਕਾਰ ਦਾ ਭੈ, ਕਿਸੇ ਨੂੰ ਕਿਸੇ ਪ੍ਰਕਾਰ ਦਾ ਭੈ ਆਉਂਦਾ ਹੈ। ਸੋ ਗਰੀਬ ਨਵਾਜ ਸਤਿਗੁਰੂ ਜੀ, ਕਿਰਪਾ ਕਰਕੇ ਮੇਰੇ ਮਸਲੇ ਦਾ ਕੋਈ ਹੱਲ ਕਰੋ। ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਉਸ ਵੇਲੇ ਸ੍ਰੀ ਗੋਇੰਦਵਾਲ ਸਾਹਿਬ ਨਹੀਂ ਸਨ ਆਏ। ਸ੍ਰੀ ਖੰਡੂਰ ਸਾਹਿਬ ਵੀ ਸੇਵਾ ਕਰਿਆ ਕਰਦੇ ਸਨ ਗੁਰੂ ਕੇ ਲੰਗਰ ਦੇ ਵਿੱਚ। ਅਤੇ ਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਨੂੰ ਸਤਿਗੁਰੂ ਅੰਗਦ ਦੇਵ ਜੀ ਨੇ ਭੇਜਿਆ ਸੀ ਅਤੇ ਮਹਾਰਾਜ ਗੋਂਦੇ ਦੇ ਨਾਲ ਆ ਕੇ ਇਸ ਨਗਰੀ ਨੂੰ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਨੂੰ ਭਾਗ ਲਾਏ ਸਨ। ਨਹੀਂ ਤਾਂ ਇਹ ਨਗਰ ਵਸਣ ਵਿੱਚ ਬੜੀ ਭਾਰੀ ਦਿੱਕਤ ਸੀ। ਪਰ ਜਿਵੇਂ ਇਨਸਾਨ ਦਾ ਸੁਭਾਅ ਹੈ, ਦੁੱਖ ਦਾਰੂ ਸੁੱਖ ਰੋਗ ਪਿਆ। ਮਹਾਰਾਜ ਨੇ ਆਸਾ ਜੀ ਦੀ ਵਾਰ ਵਿੱਚ ਇਹ ਸਲੋਕ ਉਚਾਰਨ ਕੀਤਾ ਹੈ ਕਿ ਜਿਹੜਾ ਦੁੱਖ ਹੈ ਇਹ ਬੰਦੇ ਨੂੰ ਦਵਾਈ ਦੀ ਤਰ੍ਹਾਂ ਲੱਗਦਾ ਹੈ। ਦੁੱਖ ਦੇ ਵਿੱਚ ਬੰਦਾ ਧਰਮ ਨਾਲ ਜੁੜਦਾ ਹੈ, ਗੁਰਬਾਣੀ ਪੜ੍ਹਦਾ ਹੈ, ਗੁਰਦੁਆਰੇ ਆਉਂਦਾ ਹੈ, ਸੰਤਾਂ ਮਹਾਂਪੁਰਸ਼ਾਂ ਭਗਤਾਂ ਕੋਲ ਜਾਂਦਾ ਹੈ, ਕਥਾ ਕੀਰਤਨ ਨਾਲ ਜੁੜ ਕੇ ਆਪਣੀ ਆਤਮਾ ਦਾ ਕਲਿਆਣ ਕਰਨ ਲਈ ਵੀ ਸੋਚ ਲੈਂਦਾ ਹੈ। ਦੁੱਖ ਬੰਦੇ ਦੇ ਅੰਦਰ ਵੈਰਾਗ ਦੀ ਭਾਵਨਾ ਪੈਦਾ ਕਰਦਾ ਹੈ। ਇਸ ਕਰਕੇ ਦਾਰੂ ਹੈ। ਪਰ ਜਦੋਂ ਸੁੱਖ ਆ ਜਾਂਦਾ ਹੈ ਤਾਂ ਰੋਗ ਪਿਆ। ਸੁੱਖ ਦੇ ਵਿੱਚ ਬੰਦਾ ਪਰਮਾਤਮਾ ਨੂੰ ਭੁੱਲ ਜਾਂਦਾ ਹੈ, ਗੁਰਦੁਆਰੇ ਨੂੰ ਭੁੱਲ ਜਾਂਦਾ ਹੈ, ਕਥਾ ਕੀਰਤਨ ਤੋਂ ਹਟ ਜਾਂਦਾ ਹੈ, ਨਿਤਨੇਮ ਛੱਡ ਦਿੰਦਾ ਹੈ, ਧਰਮ ਕਰਮ ਤਿਆਗ ਦਿੰਦਾ ਹੈ। ਇਸ ਕਰਕੇ ਸੁੱਖ ਰੋਗ ਹੈ। ਸੋ ਗੋਂਦਾ ਖੱਤਰੀ ਜਦੋਂ ਤਾਂ ਉਸਨੂੰ ਲੋੜ ਸੀ, ਗੁਰੂ ਅਮਰਦਾਸ ਮਹਾਰਾਜ ਨੂੰ ਨਾਲ ਲੈ ਗਿਆ, ਨਗਰ 'ਚ ਵਸਾ ਦਿੱਤਾ। ਕਈ ਸਾਲ ਲੰਘ ਗਏ। ਗੁਰੂ ਅਮਰਦਾਸ ਸਾਹਿਬ ਜੀ ਦੀ ਮਹਿਮਾ ਬਹੁਤ ਵੱਧ ਗਈ। ਤਾਂ ਜਦੋਂ ਸਤਿਗੁਰਾਂ ਦੀ ਮਹਿਮਾ ਵਧੀ, ਸੰਗਤਾਂ ਆਉਣ ਲੱਗ ਪਈਆਂ। ਉਹ ਜਿਹੜਾ ਗੋਂਦਾ ਖੱਤਰੀ ਸੀ ਉਹਦੇ ਬੱਚੇ ਜਵਾਨ ਹੋ ਗਏ, ਉਹ ਆਪ ਚੱਲ ਵਸਿਆ। ਉਹ ਜਿਹੜੇ ਬੱਚੇ ਸਨ ਉਸ ਗੁਰੂ ਸਾਹਿਬ ਕੋਲੋਂ ਟੈਕਸ ਮੰਗਣ ਲੱਗ ਪਏ ਕਿ ਤੁਸੀਂ ਸਾਡੇ ਪਿੰਡ ਵਿੱਚ ਰਹਿੰਦੇ ਹੋ ਅਤੇ ਸਾਨੂੰ ਟੈਕਸ ਦਿਓ। ਸਤਿਗੁਰਾਂ ਨੇ ਬਚਨ ਕਰਨਾ, ਭਾਈ ਅਸੀਂ ਨਾ ਪੈਸਾ ਕਿਸੇ ਤੋਂ ਲੈਂਦੇ ਹਾਂ ਨਾ ਦਿੰਦੇ ਹਾਂ। ਜਿੰਨਾ ਚੜ੍ਹਾਵਾ ਚੜ੍ਹਦਾ ਹੈ ਰੋਜ਼ ਦੀ ਰੋਜ਼ ਲੰਗਰ 'ਤੇ ਲਾ ਦਿੰਦੇ ਹਾਂ। ਲੰਗਰ ਜਿੰਨਾ ਮਰਜ਼ੀ ਛਕੋ, ਗੁਰੂ ਘਰ ਵਿੱਚ ਆ ਕੇ ਟੈਕਸ ਅਸੀਂ ਨਾ ਲੈਣਾ ਨਾ ਦੇਣਾ। ਗੁਰੂ ਸਾਹਿਬ ਦਾ ਇਹ ਜਵਾਬ ਸੁਣ ਕੇ ਗੋਂਦੇ ਦੇ ਪੁੱਤਰ ਮਰਵਾਏ ਖੱਤਰੀ ਗੁਰੂ ਘਰ ਨਾਲ ਵੈਰ ਰੱਖਣ ਲੱਗ ਪਏ। ਅਜੇ ਬੌਲੀ ਸਾਹਿਬ ਬਣੀ ਨਹੀਂ ਸੀ ਅਤੇ ਸੰਗਤਾਂ ਖੂਹ ਤੋਂ ਪਾਣੀ ਲਿਆਂਦੀਆਂ ਸਨ। ਉਹ ਜਦੋਂ ਖੂਹ ਤੋਂ ਪਾਣੀ ਲੈਣ ਜਾਂਦੀਆਂ ਸੰਗਤਾਂ, ਅਤੇ ਉਹਨਾਂ ਦੇ ਮੁੰਡੇ ਘੜੇ ਤੋੜ ਦਿੰਦੇ, ਸਿੱਖਾਂ ਦੇ ਨਾਲ ਮਾੜਾ ਵਿਹਾਰ ਕਰਦੇ, ਬਾਹਰੋਂ ਆਈ ਹੋਈ ਸੰਗਤ ਨੂੰ ਡਰਾਉਂਦੇ, ਪਰੇਸ਼ਾਨ ਕਰਦੇ, ਕੁਰਾਹੇ ਪਾ ਦਿੰਦੇ। ਇਸ ਤਰ੍ਹਾਂ ਰੋਜ਼ ਹੀ ਮਰਵਾਏ ਖੱਤਰੀਆਂ ਦੇ ਬੱਚੇ ਗੁਰੂ ਕੀ ਸੰਗਤ ਨੂੰ ਸੇਵਾ ਕਰਨ ਦੇ ਵਿੱਚ ਵਿਘਨ ਖੜਾ ਕਰਦੇ ਸਨ। ਪਾਣੀ ਦੀ ਵੀ ਦਿੱਕਤ ਦਿੰਦੇ ਸਨ ਅਤੇ ਹੋਰ ਵੀ ਬੜੀਆਂ ਪਰੇਸ਼ਾਨੀਆਂ ਖੜੀਆਂ ਕਰਦੇ ਸਨ। ਤਾਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੂੰ ਸੰਗਤ ਨੇ ਸ਼ਿਕਾਇਤ ਕੀਤੀ, ਮਹਾਰਾਜ ਇਹ ਮਰਵਾਏ ਬਹੁਤ ਪਰੇਸ਼ਾਨ ਕਰਦੇ ਨੇ, ਔਰ ਦਿੱਲੀ ਵੀ ਜਾ ਕੇ ਗੁਰੂ ਮਹਾਰਾਜ ਦੇ ਖਿਲਾਫ ਇਹ ਸ਼ਿਕਾਇਤ ਕਰਕੇ ਆਏ ਸਨ। ਪਰ ਉੱਥੋਂ ਅਕਬਰ ਬਾਦਸ਼ਾਹ ਨੇ ਇਹਨੂੰ ਝਿੜਕਾਂ ਪਾ ਕੇ ਭੇਜ ਦਿੱਤਾ ਸੀ। ਕਾਫੀ ਲੰਮੀ ਕਥਾ ਹੈ ਇਤਿਹਾਸ ਵਿੱਚ ਮਰਵਾਏ ਖੱਤਰੀਆਂ ਦੀ। ਜਦੋਂ ਮਰਵਾਏ ਇਸ ਤਰ੍ਹਾਂ ਗੁਰੂ ਮਹਾਰਾਜ ਦੇ ਨਾਲ ਵੈਰ ਵਿਰੋਧ ਕਰਨੋਂ ਹਟੇ ਨਾ, ਅਤੇ ਸਤਿਗੁਰਾਂ ਦਾ ਬਚਨ ਹੋਇਆ ਵੀ ਆਪੇ ਹੀ ਕੀਤਾ ਪਾਉਣਗੇ, ਆਪਾਂ ਕੁਛ ਨਹੀਂ ਕਹਿਣਾ ਇਹਨਾਂ ਨੂੰ। ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆਰ, ਆਗੇ ਪਾਛੇ ਸੁੱਖ ਨਹੀਂ, ਮਰ ਜੰਮੇ ਵਾਰੋ ਵਾਰ। ਜਦੋਂ ਮਹਾਰਾਜ ਨੇ ਐਸਾ ਬਚਨ ਕਰ ਦਿੱਤਾ, ਕੁਝ ਦਿਨ ਲੰਘੇ
ਕਿ ਬਾਦਸ਼ਾਹ ਅਕਬਰ ਦੀਆਂ ਮੋਹਰਾਂ, ਸਰਕਾਰੀ ਮੋਹਰਾਂ ਜਿਹੜੀਆਂ ਸਨ, ਸਰਕਾਰੀ ਪੈਸਾ, ਉਹ ਦਿੱਲੀ ਤੋਂ ਲਾਹੌਰ ਜਾਂ ਲਾਹੌਰ ਤੋਂ ਦਿੱਲੀ ਜਾਂਦੇ ਹੋਏ ਕਿਸੇ ਕਾਰਨ, ਕਿਉਂਕਿ ਜਿਹੜਾ ਦਰਿਆ ਤੋਂ ਪਾਰ ਕਰਕੇ ਲਾਹੌਰ ਨੂੰ ਦਿੱਲੀ ਨੂੰ ਸੜਕ ਜਾਂਦੀ ਸੀ, GT ਰੋਡ, ਉਹ ਉਦੋਂ ਗੋਇੰਦਵਾਲ ਸਾਹਿਬ ਤੋਂ ਲੰਘਦੇ ਸੀ। ਪੁਰਾਣੀ ਸੜਕ ਦੀ ਅਜੇ ਵੀ ਨਿਸ਼ਾਨੀਆਂ ਗੋਇੰਦਵਾਲ ਸਾਹਿਬ ਤੋਂ ਲੈ ਕੇ ਝਬਾਲ ਤੱਕ ਸੜਕ ਦੇ ਉੱਤੇ ਕਿਤੇ ਕਿਤੇ ਮਿਲਦੀਆਂ ਹਨ। ਜਦੋਂ ਸੜਕ ਦੇ ਉੱਤੇ ਉਹ ਲੰਘਣ ਲੱਗਦੇ ਤਾਂ ਦਰਿਆ ਦਾ ਪੱਤਣ ਪਾਰ ਕਰਕੇ ਇੱਥੇ ਆਰਾਮ ਕਰਦੇ ਸਨ। ਸੋ ਸਰਕਾਰੀ ਖਜ਼ਾਨਾ ਗੋਇੰਦਵਾਲ ਸਾਹਿਬ ਰੁਕਿਆ। ਰਾਤ ਨੂੰ ਐਸੀ ਹਨੇਰੀ ਚੱਲੀ ਕਿ ਇੱਕ ਖੱਚਰ ਭਰੀ ਭਰਾਈ ਮੋਹਰਾਂ ਦੀ, ਉਹ ਆਪਣੇ ਸਾਥ ਨਾਲੋਂ ਵਿਛੜ ਕੇ ਕਿਸੇ ਕਾਰਨ ਸਮਝ ਲਓ ਉਹ ਮਰਵਾਹਿਆਂ ਦੇ ਮਹੱਲੇ ਚਲੀ ਗਈ, ਅਤੇ ਮਰਵਾਹਿਆਂ ਦੇ ਮਨ 'ਚ ਲਾਲਚ ਆ ਗਿਆ। ਉਹਨਾਂ ਨੇ ਖੱਚਰ ਸਰਕਾਰੀ ਅੰਦਰ ਲੁਕਾ ਲਈ। ਸਰਕਾਰੀ ਬੰਦਿਆਂ ਨੇ ਜਦੋਂ ਖੱਚਰਾਂ ਦੀ ਗਿਣਤੀ ਕੀਤੀ ਤਾਂ ਇੱਕ ਖੱਚਰ ਘੱਟ ਜਾਣ ਕੇ ਪਿੰਡ ਦੀ ਤਲਾਸ਼ੀ ਲਈ ਗਈ। ਉਹਨਾਂ ਖੱਤਰੀਆਂ ਦੇ ਘਰ 'ਚੋਂ ਖੱਚਰ ਬਰਾਮਦ ਹੋ ਗਈ। ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਆਪਣੀ ਕੀਤੀ ਦਾ ਫਲ ਪਾਇਆ ਕਿ ਉਹ ਸਰਕਾਰੀ ਬੰਦਿਆਂ ਨੇ ਫੜ ਕੇ ਇਹਨਾਂ ਨੂੰ ਸਜ਼ਾਵਾਂ ਦਿੱਤੀਆਂ। ਬਹੁਤ ਜ਼ਿਆਦਾ ਕਰੜੀ ਸਜ਼ਾ ਚੋਰੀ ਦੀ ਹੋਇਆ ਕਰਦੀ ਸੀ ਉਸ ਜ਼ਮਾਨੇ ਵਿੱਚ। ਉਹ ਵੀ ਸਰਕਾਰੀ ਬਹੁਤ ਵੱਡਾ ਖਜ਼ਾਨਾ ਚੋਰੀ ਕੀਤਾ ਸੀ। ਇਸ ਕਰਕੇ ਸਾਰੇ ਪਰਿਵਾਰ ਨੂੰ ਤਾੜਨਾ, ਕੁੱਟਮਾਰ, ਸਜ਼ਾਵਾਂ ਹੋਈਆਂ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮਨਮੁਖ ਜਿਹੜੇ ਹਨ ਔਰ ਗੁਰਮੁਖ ਹਨ, ਵਾਹਿਗੁਰੂ ਦੇ ਦਰਬਾਰ ਵਿੱਚ ਪਰਖੇ ਜਾਂਦੇ ਹਨ। ਇਨਸਾਨ ਨਹੀਂ ਪਰਖ ਸਕਦਾ। ਸੰਸਾਰ ਦੇ ਵਿੱਚ ਮਾੜਿਆਂ ਨੂੰ ਚੰਗਾ ਸਮਝਦੇ ਹਾਂ, ਚੰਗਿਆਂ ਨੂੰ ਮਾੜਾ ਸਮਝਦੇ ਹਾਂ, ਪਰ ਅਸਲ ਵਿੱਚ ਵਾਹਿਗੁਰੂ ਨੂੰ ਪਤਾ ਹੈ ਚੰਗਾ ਕੌਣ ਹੈ ਅਤੇ ਮਾੜਾ ਕੌਣ ਹੈ। ਆਓ ਪ੍ਰੇਮ ਨਾਲ ਸਤਿਗੁਰਾਂ ਦੇ ਬਚਨ ਸੁਣੀਏ। ਖੋਟੇ ਖਰੇ ਸਭ ਪਰਖੀਅਨ, ਤਿਤ ਸੱਚੈ ਕੈ ਦਰਬਾਰਾ ਰਾਮ। ਮਹਾਰਾਜ ਕਹਿੰਦੇ ਪਰਮੇਸ਼ਰ ਦੇ ਦਰਬਾਰ ਵਿੱਚ ਖੋਟਿਆਂ ਅਤੇ ਖਰਿਆਂ ਦੀ ਪਛਾਣ ਹੁੰਦੀ ਹੈ ਵੱਖਰੀ ਵੱਖਰੀ। ਖੋਟੇ ਦਰਗਹਿ ਸੁੱਟੀਅਨ, ਊਬੇ ਕਰਨ ਪੁਕਾਰਾ ਰਾਮ। ਖੋਟੇ ਬੰਦੇ ਪਰਮਾਤਮਾ ਦੀ, ਵਾਹਿਗੁਰੂ ਦੀ ਦਰਗਾਹ ਵਿੱਚੋਂ ਵਗਾਹ ਕੇ ਸੁੱਟੇ ਜਾਂਦੇ ਧਰਤੀ 'ਤੇ। ਪੁਕਾਰਾਂ ਕਰਦੇ ਹਨ ਵੀ ਸਾਨੂੰ ਆਪਣੇ ਚਰਨਾਂ 'ਚ ਥਾਂ ਦੇ ਦੇ, ਪਰ ਵਾਹਿਗੁਰੂ ਦੇ ਚਰਨਾਂ 'ਚ ਥਾਂ ਮਿਲਦੀ ਕੋਈ ਨਹੀਂ। ਸਦਾ ਹੀ ਆਪਣੇ ਕਰਮਾਂ ਕਰਕੇ ਉਹ ਭਟਕਦੇ ਰਹਿੰਦੇ ਹਨ। ਊਬੇ ਕਰਨ ਪੁਕਾਰਾ ਰਾਮ। ਊਬੇ ਦਾ ਅਰਥ ਹੁੰਦਾ ਖੜ੍ਹੇ ਹੋਏ ਪੁਕਾਰਾਂ ਕਰਦੇ, ਹਾਲ ਪਹਾਰਿਆ ਕਰਦੇ, ਉੱਚੀਆਂ ਬਾਹਾਂ ਕਰ ਕਰਕੇ, ਜਿਵੇਂ ਕੋਈ ਕਿਸੇ ਨੂੰ ਆਵਾਜ਼ਾਂ ਮਾਰਦਾ ਹੈ, ਪੁਕਾਰਦਾ ਹੈ। ਇੱਦਾਂ ਉਹ ਪੁਕਾਰਾਂ ਤਾਂ ਕਰਦੇ ਹੈ, ਪਰ ਪਰਮੇਸ਼ਰ ਵਾਹਿਗੁਰੂ ਦੇ ਦਰਬਾਰ ਵਿੱਚ ਪ੍ਰਵਾਨ ਨਹੀਂ ਹੁੰਦੇ। ਊਬੇ ਕਰਨ ਪੁਕਾਰਾ, ਮੁਗਧ ਗਵਾਰਾ, ਮਨਮੁਖ ਜਨਮ ਗਵਾਇਆ। ਖੜੇ ਪੁਕਾਰਾਂ ਕਰੀ ਜਾਂਦੇ ਆ, ਮਨਮੁਖਾਂ ਨੇ ਆਪਣਾ ਜਨਮ ਬਿਰਥਾ ਹੀ ਗਵਾ ਲਿਆ ਹੈ। ਬਹੁਤ ਦੁਰਲੱਭ, ਬਹੁਤ ਕੀਮਤੀ ਮਨੁੱਖਾ ਜਨਮ ਸਾਨੂੰ ਮਿਲਿਆ ਹੈ। ਪਰਮੇਸ਼ਰ ਦੀ ਭਗਤੀ ਕਰਨ ਵਾਸਤੇ, ਵਾਹਿਗੁਰੂ ਦਾ ਨਾਮ ਜਪਣ ਵਾਸਤੇ ਇਹ ਜਿਹੜਾ ਜਨਮ ਮਿਲਿਆ ਹੈ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਤ ਨਾ ਬਾਰੰਬਾਰ। ਜਿਉਂ ਬਨ ਫਲ ਪਾ ਕੇ ਭੋਏ ਗਿਰੈ, ਬੌਰ ਨਾ ਲਾਗੇ ਡਾਰ। 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ। ਕਿਉਂਕਿ ਇਹਦੇ ਵਿੱਚ ਬੰਦਾ ਸਤਸੰਗ ਕਰ ਸਕਦਾ ਹੈ, ਕੀਰਤਨ ਕਥਾ ਹਰੀ ਜਸ ਸੁਣ ਸਕਦਾ ਹੈ, ਪਰਮੇਸ਼ਰ ਦਾ ਨਾਮ ਜਪ ਸਕਦਾ ਹੈ। ਇਸ ਕਰਕੇ ਇਹ ਜਿਹੜਾ ਜਨਮ ਹੈ ਇਹ ਦੁਰਲੱਭ ਹੈ, ਇਹ ਕੀਮਤੀ ਹੈ। ਬਾਕੀ ਜਨਮਾਂ ਦੇ ਵਿੱਚ ਸੋਝੀ ਆਤਮ ਗਿਆਨ ਦੀ ਪ੍ਰਾਪਤੀ ਮੁਕਤੀ ਦਾ ਦੁਆਰਾ ਨਹੀਂ ਖੁੱਲ੍ਹ ਸਕਦਾ, ਪਰ ਅਸੀਂ ਐਵੇਂ ਹੀ ਬਿਰਥਾ ਗਵਾ ਲਿਆ। ਊਬੇ ਕਰਨ ਪੁਕਾਰਾ, ਮੁਗਧ ਗਵਾਰਾ, ਮਨਮੁਖ ਜਨਮ ਗਵਾਇਆ। ਮਨਮੁਖਾਂ ਨੇ ਬਿਰਥਾ ਹੀ ਗਵਾ ਲਿਆ ਹੈ। ਵਿਖਿਆ ਮਾਇਆ ਜਿਨ ਜਗਤ ਭੁਲਾਇਆ, ਸਾਚਾ ਨਾਮ ਨ ਪਾਇਆ। ਵਿਖਿਆ ਮਾਇਆ, ਜਿਹੜੀ ਮਾਇਆ ਜ਼ਹਿਰ ਰੂਪ ਹੈ,
ਕਿਉਂਕਿ ਲੱਗਦੀ ਮਿੱਠੀ ਹੈ। ਜਿਵੇਂ ਜ਼ਹਿਰ ਨੂੰ ਮਿੱਠੇ ਦੇ ਵਿੱਚ ਲਪੇਟ ਕੇ ਖੰਡ ਵਿੱਚ ਦਿੱਤਾ ਜਾਵੇ ਤਾਂ ਉਹ ਜਿਹੜਾ ਜ਼ਹਿਰ ਹੈ ਭੁਲੇਖੇ ਨਾਲ ਖਾ ਲਿਆ ਜਾਵੇ ਅਤੇ ਬੰਦਾ ਆਪਣਾ ਆਪ ਭੁੱਲ ਜਾਂਦਾ ਹੈ, ਮ੍ਰਿਤੂ ਤੱਕ ਹੋ ਸਕਦੀ ਹੈ। ਕਈ ਪ੍ਰਕਾਰ ਦਾ ਜ਼ਹਿਰ ਹੁੰਦਾ ਹੈ। ਜ਼ਹਿਰ ਦੀਆਂ ਵੀ ਬਹੁਤ ਸਾਰੀਆਂ ਵੱਖਰੀਆਂ ਵੱਖਰੀਆਂ ਕਿਸਮਾਂ ਹਨ। ਐਸਾ ਵੀ ਜ਼ਹਿਰ ਹੁੰਦਾ ਜਿਹੜਾ ਹੌਲੇ ਹੌਲੇ ਮਾਰਦਾ ਹੈ। ਐਸਾ ਵੀ ਜ਼ਹਿਰ ਹੁੰਦਾ ਜਿਹੜਾ ਜੀਭ 'ਤੇ ਧਰਦਿਆਂ ਸਵਾਦ ਵੀ ਨਹੀਂ ਦੱਸਣ ਦਿੰਦਾ ਵੀ ਇਹਦਾ ਸਵਾਦ ਕਿੱਦਾਂ ਦਾ ਹੈ। ਸੋ ਮਾਇਆ ਦੇ ਵੀ ਵੱਖਰੇ ਵੱਖਰੇ ਰੂਪ ਹਨ। ਇਹ ਮਾਰਦੀ ਵੀ ਹੈ ਅਤੇ ਭੁਲਾਉਂਦੀ ਵੀ ਹੈ। ਵਿਖਿਆ ਮਾਇਆ ਜਿਨ ਜਗਤ ਭੁਲਾਇਆ, ਇਹ ਐਸੀ ਹੈ ਵੀ ਸੰਸਾਰ ਨੂੰ ਆਪਣਾ ਆਪ ਭੁਲਾ ਦਿੱਤਾ। ਜਾਗਰਤ ਅਵਸਥਾ ਦੇ ਵਿੱਚ ਜੋ ਅਸੀਂ ਦੇਖਦੇ ਹਾਂ ਉਹ ਜਗਤ ਹੁੰਦਾ ਹੈ, ਅਤੇ ਇਹ ਜਾਗਰਤ ਅਵਸਥਾ ਵਿੱਚ ਜਾਗਦੇ ਵੀ ਦੁਨੀਆ ਸੁੱਤੀ ਹੋਈ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਨਾ, ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ। ਤੋ ਇਹ ਜਗਤ ਜਿਹੜਾ ਮਾਇਆ ਨੇ ਭੁਲਾ ਦਿੱਤਾ, ਆਪਣੇ ਸਰੂਪ ਦੀ ਸੋਝੀ ਨਹੀਂ ਰਹਿਣ ਦਿੱਤੀ। ਸਾਚਾ ਨਾਮ ਨਾ ਭਾਇਆ, ਜਿਹੜਾ ਸੱਚੇ ਵਾਹਿਗੁਰੂ ਦਾ ਨਾਮ ਭਵਸਾਗਰ ਤੋਂ ਪਾਰ ਲੰਘਾਉਣ ਵਾਲਾ ਸੀ, ਜਿਸ ਨੇ ਨਾਮ ਨੇ ਅੱਗੇ ਦਰਗਾਹ ਵਿੱਚ ਸਹਾਇਤਾ ਕਰਨੀ ਸੀ, ਜਿਹੜਾ ਅੰਤ ਚਲਦਿਆਂ ਨਾਲ ਸਖਾਈ ਹੋਣਾ ਸੀ, ਉਹ ਨਾਮ ਇਸ ਜੀਵ ਨੂੰ ਚੰਗਾ ਹੀ ਨਹੀਂ ਲੱਗਾ। ਮੂੰਹ ਤੋਂ ਵਾਹਿਗੁਰੂ ਆਖਣ ਵਿੱਚ ਇਹਨੂੰ ਖੁਸ਼ੀ ਨਹੀਂ ਆਈ। ਮਨਮੁਖ ਸੰਤਾਂ ਨਾਲ ਵੈਰ ਕਰ, ਦੁੱਖ ਖੱਟੇ ਸੰਸਾਰਾ। ਮਨਮੁਖ ਸੰਤਾਂ ਮਹਾਂਪੁਰਸ਼ਾਂ ਗੁਰੂਆਂ ਨਾਲ ਵੈਰ ਕਰਕੇ ਆਪ ਦੁਖੀ ਹੁੰਦਾ ਹੈ ਸੰਸਾਰ ਦੇ ਵਿੱਚ। ਅੱਜ ਤਾਈਂ ਕਿਸੇ ਦੁਸ਼ਟ ਬੰਦੇ ਨੂੰ ਜਿਸ ਨੇ ਮਹਾਂਪੁਰਸ਼ਾਂ ਨੂੰ ਦੁੱਖ ਦਿੱਤਾ ਹੋਵੇ, ਸੰਤਾਂ ਮਹਾਂਪੁਰਸ਼ਾਂ 'ਤੇ ਤਲਵਾਰ ਚੁੱਕੀ ਹੋਵੇ, ਸੰਤਾਂ ਮਹਾਂਪੁਰਸ਼ਾਂ 'ਤੇ ਵਾਰ ਕੀਤਾ ਹੋਵੇ, ਉਹ ਬੰਦਾ ਸੁਖੀ ਦੇਖਿਆ ਨਹੀਂ ਗਿਆ। ਔਰੰਗਜ਼ੇਬ ਦੀ ਮਿਸਾਲ ਹੈ, ਜਿਸ ਨੇ ਸੰਤਾਂ ਮਹਾਂਪੁਰਸ਼ਾਂ ਨੂੰ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਤੇ ਮੁਸਲਮਾਨ ਫਕੀਰ ਸਰਮਦ ਵਰਗੇ ਬ੍ਰਹਮ ਗਿਆਨੀਆਂ ਨੂੰ ਵੀ ਕਤਲ ਕਰ ਦਿੱਤਾ, ਜਿਸ ਨੇ ਹੋਰ ਬੜੇ ਸੰਤਾਂ ਮਹਾਂਪੁਰਸ਼ਾਂ ਨੂੰ ਪਰੇਸ਼ਾਨ ਕੀਤਾ, ਮੰਦਰ ਗੁਰਦੁਆਰੇ ਢਾਏ। ਉਸ ਔਰੰਗਜ਼ੇਬ ਨੂੰ ਜਦੋਂ ਇਹ ਦੁਨੀਆ ਤੋਂ ਗਿਆ ਅਤੇ ਉਹਨੂੰ ਪਤਾ ਲੱਗਾ ਵੀ ਮੈਂ ਮਾੜੇ ਕਰਮ ਕੀਤੇ। ਕਲਗੀਧਰ ਪਾਤਸ਼ਾਹ ਦਾ ਲਿਖਿਆ ਹੋਇਆ ਪਾਵਨ ਜ਼ਫਰਨਾਮਾ, ਜਿਹਦੇ ਵਿੱਚ ਸਤਿਗੁਰੂ ਕਹਿੰਦੇ, ਮਰਾ ਐਤਬਾਰੇ ਬਰਈ ਕਸਮ ਨੇਸਤ, ਕਿ ਏਜਤ ਗਵਾਸਤ ਜਜਦਾਂ ਜਕੇਤਸ, ਨਾ ਕਤਰਹਿ ਮਰਾ ਐਤਬਾਰੇ ਬਰੋਸਤ, ਕਿ ਬਖਸ਼ੀਵਾਦ ਦੀ ਮਾਂ ਹਮੈ ਕਿਜਬ ਗੋਸਤ। ਕਲਗੀਧਰ ਪਾਤਸ਼ਾਹ ਲਿਖਦੇ ਨੇ ਕਿ ਔਰੰਗਜ਼ੇਬ, ਤੇਰੀਆਂ ਕਸਮਾਂ 'ਤੇ ਮੈਨੂੰ ਰੱਤੀ ਜਿੰਨਾ ਵੀ ਇਤਬਾਰ ਨਹੀਂ। ਤੇਰੇ ਬਖਸ਼ੀ ਔਰ ਦੀਵਾਨ ਭਾਵ ਤੇਰੇ ਅਫਸਰ ਜਿਹੜੇ ਹਨ, ਤੇਰੇ ਜੂਨੀਅਰ ਅਫਸਰ, ਸੂਬੇਦਾਰ, ਨਵਾਬ, ਖਾਨ, ਰਾਜੇ ਮਹਾਰਾਜੇ ਹਨ, ਉਹ ਸਾਰੇ ਝੂਠ ਬੋਲਣ ਵਾਲੇ, ਦਗਾ ਕਰਨ ਵਾਲੇ, ਬੇਈਮਾਨ ਬੰਦੇ ਹਨ। ਤੂੰ ਹੀ ਆਪਣੇ ਈਮਾਨ ਤੋਂ ਗਿਰਿਆ ਹੋਇਆ। ਤੈਨੂੰ ਆਪਣੀਆਂ ਫੌਜਾਂ ਦਾ, ਆਪਣੇ ਕਿਲਿਆਂ ਦਾ, ਆਪਣੇ ਪੈਸੇ ਦਾ, ਆਪਣੇ ਰਾਜ ਭਾਗ ਦਾ ਮਾਣ ਹੈ ਕਿ ਮਾਰਾ ਨਿਗਾਹਸਤ ਜਜਦਾ ਸ਼ੁਕਰ। ਮੈਨੂੰ ਆਪਣੇ ਅਕਾਲ ਪੁਰਖ ਵਾਹਿਗੁਰੂ ਦੇ ਸ਼ੁਕਰਾਨੇ ਦਾ ਭਰੋਸਾ ਹੈ, ਮੈਂ ਉਹਦੇ ਭਰੋਸੇ ਵਿੱਚ ਹਾਂ। ਤੈਨੂੰ ਆਪਣੀਆਂ ਫੌਜਾਂ ਦਾ ਮਾਣ ਹੈ, ਆਪਣੇ ਲਸ਼ਕਰਾਂ ਦਾ ਮਾਣ ਹੈ, ਆਪਣੇ ਖਜ਼ਾਨਿਆਂ ਦਾ ਮਾਣ ਹੈ, ਮੈਨੂੰ ਆਪਣੇ ਪਰਮੇਸ਼ਰ ਦਾ ਮਾਣ ਹੈ। ਇਸ ਤਰ੍ਹਾਂ ਜ਼ਫਰਨਾਮਾ ਮਹਾਰਾਜ ਨੇ ਜਦੋਂ ਲਿਖ ਕੇ ਭੇਜਿਆ, ਔਰੰਗਜ਼ੇਬ ਨੇ ਪੜ੍ਹਿਆ ਅਤੇ ਪੜ੍ਹ ਕੇ ਨਾਲ ਹੀ ਮੰਜੇ 'ਤੇ ਪੈ ਗਿਆ। ਇਤਨੀ ਮਾੜੀ ਹਾਲਤ ਹੋਈ, ਇਤਨਾ ਜ਼ਿਆਦਾ ਰੋਗੀ ਬਣ ਗਿਆ, ਵਿਸ਼ਟਾ ਤੱਕ ਮੂੰਹ ਤੋਂ ਗਿਰਦੀ ਸੀ, ਪੇਟ ਸਿਸਟਮ ਸਾਰਾ ਹੀ ਖਰਾਬ ਹੋ ਗਿਆ ਇਹਦਾ। ਮੰਜੇ 'ਤੇ ਹਾਏ ਹਾਏ ਕਰਦਾ, ਅਤੇ ਅਖੀਰ ਵਿੱਚ ਇਹਨੂੰ ਮਹਿਸੂਸ ਹੋਇਆ ਵੀ ਮੈਂ ਬਹੁਤ ਵੱਡੇ ਗੁਨਾਹ ਪਾਪ ਕੀਤੇ ਹਨ। ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨਾਲ ਧੱਕਾ ਵਾਧਾ ਕੀਤਾ ਹੈ, ਅਤੇ ਇਸ ਨੇ
ਮਨ ਵਿੱਚ ਇਹ ਫੁਰਨਾ ਕੀਤਾ ਕਿ ਸਤਿਗੁਰੂ ਜੇ ਮੇਰੇ ਕੋਲ ਆਉਣਗੇ, ਗੁਰੂ ਗੋਬਿੰਦ ਸਿੰਘ ਸਾਹਿਬ ਮੇਰੇ ਕੋਲ ਆ ਜਾਣ ਦੱਖਣ ਦੇ ਵਿੱਚ, ਅਤੇ ਮੈਂ ਉਹਨਾਂ ਦੇ ਚਰਨਾਂ ਵਿੱਚ ਜੋ ਵੀ ਉਹ ਮੰਗਣਗੇ ਹਾਜ਼ਰ ਕਰ ਦਿਆਂਗਾ। ਜੋ ਵੀ ਸਵਾਲ ਕਰਨਗੇ ਮੈਂ ਉਹ ਪੂਰਾ ਕਰਾਂਗਾ। ਇਸੇ ਖਿਆਲਾਂ ਵਿੱਚ ਔਰੰਗਜ਼ੇਬ ਰਹਿਣ ਲੱਗ ਪਿਆ। ਮੰਜੇ 'ਤੇ ਪਿਆ ਆਪਣੀ ਬਾਦਸ਼ਾਹੀ ਦੀ ਸੂਖਮ ਹਉਮੈ ਅਜੇ ਵੀ ਅੰਦਰ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਮੇਰੇ ਤੋਂ ਕੁਝ ਮੰਗਣਗੇ ਅਤੇ ਮੈਂ ਉਹਨਾਂ ਨੂੰ ਭਾਵੇਂ ਰਾਜ ਵੀ ਮੰਗ ਲੈਣ ਤਾਂ ਵੀ ਦੇ ਦਿਆਂਗਾ। ਇੱਦਾਂ ਦਾ ਖਿਆਲ ਬਣਿਆ ਜ਼ਫ਼ਰਨਾਮਾ ਪੜ੍ਹ ਕੇ, ਕਿਉਂਕਿ ਜ਼ਫ਼ਰਨਾਮਾ ਮਹਾਰਾਜ ਨੇ ਉਹਦੀ ਰੂਹ ਨੂੰ ਝੰਜੋੜਨ ਵਾਸਤੇ ਲਿਖਿਆ ਸੀ। ਉਹਦੀ ਆਤਮਾ ਨੂੰ, ਉਹਦੀ ਰੂਹ ਨੂੰ ਸਤਿਗੁਰੂ ਜੀ ਨੇ ਧੁਰ ਤੱਕ ਜਿਵੇਂ ਤੀਰ ਮਾਰਿਆ ਸੀ ਬਾਣੀ ਦਾ, ਕਿ ਉਹ ਕੰਬ ਗਿਆ ਸੀਗਾ। ਸੋ ਔਰੰਗਜ਼ੇਬ ਜ਼ਫ਼ਰਨਾਮੇ ਦੀਆਂ ਪੰਕਤੀਆਂ ਚੇਤੇ ਕਰ ਕਰਕੇ, ਆਪਣੇ ਪਾਪਾਂ ਨੂੰ ਚੇਤੇ ਕਰ ਕਰਕੇ, ਆਪਣੇ ਮਾੜੇ ਕਰਮਾਂ ਨੂੰ, ਆਪਣੀਆਂ ਝੂਠੀਆਂ ਕਸਮਾਂ ਨੂੰ ਚੇਤੇ ਕਰ ਕਰਕੇ ਦੁਖੀ ਹੁੰਦਾ। ਇਸ ਖਿਆਲ ਵਿੱਚ ਰਹਿਣ ਲੱਗ ਪਿਆ ਕਿ ਜੇ 10ਵੇਂ ਪਾਤਸ਼ਾਹ ਜੀ ਆਉਣਗੇ ਅਤੇ ਮੈਂ ਉਹਨਾਂ ਨੂੰ ਜੋ ਵੀ ਮੰਗਣਗੇ ਦਿਆਂਗਾ। ਇੱਕ ਦਿਨ ਪਏ ਨੂੰ ਨੀਂਦ ਆਈ, ਥੋੜ੍ਹੀ ਜਿਹੀ ਨੀਂਦ 'ਚ ਸੁਪਨਾ ਆਇਆ, ਕਿਉਂਕਿ ਨੀਂਦ ਵੀ ਨਹੀਂ ਸੀ ਆਉਂਦੀ ਔਰੰਗਜ਼ੇਬ ਨੂੰ, ਬੇਚੈਨੀ ਰਹਿੰਦੀ ਸੀ। ਇੱਕ ਦਿਨ ਮਾੜੀ ਜਿਹੀ ਸੁਪਨੇ ਦੇ ਵਿੱਚ ਝਲਕ ਦਿਖੀ ਹੈ। ਸੁਪਨਾ ਕੀ ਦੇਖਿਆ ਕਿ ਔਰੰਗਾਬਾਦ ਦੱਖਣ ਦੇ ਵਿੱਚ ਅਹਿਮਦਨਗਰ ਵੱਲ ਗੁਰੂ ਗੋਬਿੰਦ ਸਿੰਘ ਜੀ ਆ ਗਏ ਨੇ। ਸਤਿਗੁਰੂ ਜੀ ਆ ਗਏ ਨੇ ਅਤੇ ਉਹਨਾਂ ਨੇ ਬਾਰ-ਬਾਰ ਜਿਹੜਾ ਬੇਰਾਂ ਦਾ ਬਾਗ ਹੈ ਉਹਦੇ ਵਿੱਚ ਡੇਰਾ ਲਾਇਆ ਹੈ। ਔਰੰਗਜ਼ੇਬ ਨੂੰ ਪਤਾ ਲੱਗਾ ਵੀ 10ਵੇਂ ਪਾਤਸ਼ਾਹ ਆਏ ਨੇ। ਸੁਪਨੇ ਦੇ ਵਿੱਚ ਹੀ ਉਸਨੇ ਆਪਣੇ ਅਫਸਰਾਂ ਨੂੰ ਨਾਲ ਤਿਆਰ ਕੀਤਾ। ਬਹੁਤ ਸਾਰੀਆਂ ਰਕੇਬਾਂ ਦੇ ਵਿੱਚ ਹੀਰੇ ਮੋਤੀ, ਥਾਲਾਂ ਦੇ ਥਾਲ, ਸੋਨਾ ਚਾਂਦੀ, ਚੰਗੇ ਚੰਗੇ ਘੋੜੇ, ਚੰਗੇ ਚੰਗੇ ਸ਼ਸਤਰ, ਵਧੀਆ ਕੀਮਤੀ ਚੋਲਿਆਂ ਦੇ ਬਸਤਰ ਲੈ ਕੇ, ਬਦਾਮ ਆਦਿਕ ਮੇਵੇ ਲੈ ਕੇ ਔਰੰਗਜ਼ੇਬ 100-200 ਆਪਣੇ ਨਾਲ ਅਫਸਰਾਂ ਨੂੰ ਨਾਲ ਲੈ ਕੇ, ਬਹੁਤ ਸਾਰੀਆਂ ਭੇਟਾਵਾਂ ਲੈ ਕੇ ਸੁਪਨੇ ਵਿੱਚ ਮੱਥਾ ਟੇਕਣ ਜਾ ਰਿਹਾ ਹੈ। 10ਵੇਂ ਪਾਤਸ਼ਾਹ ਬਾਗ ਦੇ ਵਿੱਚ ਛਾਉਣੀ ਪਾ ਕੇ ਬੈਠ ਗਏ ਨੇ। ਥਾਂ ਥਾਈਂ ਸਿੰਘਾਂ ਨੇ ਘੋੜੇ ਬੰਨੇ ਨੇ ਅਤੇ ਗੁਰੂ ਸਾਹਿਬ ਦਾ ਪਲੰਘਾ ਲੱਗ ਗਿਆ ਹੈ। ਕਲਗੀ ਤੋੜੇ ਲੱਗੇ, ਸੱਚੇ ਪਾਤਸ਼ਾਹ ਤਖਤ 'ਤੇ ਬੈਠੇ ਨੇ। ਔਰੰਗਜ਼ੇਬ ਹਾਜ਼ਰ ਹੋਇਆ। ਔਰੰਗਜ਼ੇਬ ਨੂੰ ਸੁਪਨਾ ਆ ਰਿਹਾ, ਉਹ ਦੇਖ ਰਿਹਾ, ਔਰ ਸਤਿਗੁਰੂ ਆਪਣੀ ਮਾਇਆ ਨਾਲ ਹੀ ਦਿਖਾ ਰਹੇ ਨੇ। ਕਹਿੰਦੇ ਜਦੋਂ ਪਲੰਘ ਦੇ ਸਾਹਮਣੇ ਹਾਜ਼ਰ ਹੋਇਆ ਅਤੇ ਔਰੰਗਜ਼ੇਬ ਮੱਥਾ ਟੇਕ ਕੇ, ਸਜਦਾ ਕਰਕੇ, ਸਲਾਮ ਕਰਕੇ ਬੈਠ ਗਿਆ। ਕਹਿੰਦਾ ਗੁਰੂ ਜੀ, ਮੈਨੂੰ ਅਫਸੋਸ ਹੈ ਕਿ ਮੈਂ ਤੁਹਾਡੇ ਨਾਲ ਵਾਅਦਾ ਖਿਲਾਫੀਆਂ ਕੀਤੀਆਂ ਨੇ। ਮੈਂ ਤੁਹਾਡੇ ਨਾਲ ਝੂਠੀਆਂ ਕਸਮਾਂ ਕਰਕੇ ਦਗਾ ਕੀਤਾ ਹੈ, ਜਾਂ ਮੇਰੇ ਬੰਦਿਆਂ ਨੇ ਧੋਖਾ ਕੀਤਾ ਹੈ। ਤੁਹਾਡੇ ਬੱਚੇ ਸ਼ਹੀਦ ਕਰ ਦਿੱਤੇ, ਤੁਹਾਡਾ ਅਨੰਦਪੁਰ ਉਜਾੜ ਦਿੱਤਾ, ਤੁਹਾਡੇ ਸਿੰਘ ਸ਼ਹੀਦ ਕਰ ਦਿੱਤੇ। ਉਹ ਸਾਰੀਆਂ ਗੱਲਾਂ ਦਾ ਮੈਨੂੰ ਬੜਾ ਅਫਸੋਸ ਹੈ ਅਤੇ ਮੈਂ ਉਹਦੀ ਮਾਫੀ ਚਾਹੁੰਦਾ। ਕਿਰਪਾ ਕਰੋ ਸੱਚੇ ਪਾਤਸ਼ਾਹ, ਮੈਨੂੰ ਸੇਵਾ ਦਾ ਮੌਕਾ ਬਖਸ਼ੋ। ਆਪਣੀ ਜ਼ੁਬਾਨ ਤੋਂ ਕੋਈ ਸਵਾਲ ਕਰੋ, ਜੋ ਵੀ ਤੁਸੀਂ ਕਹੋਗੇ ਮੈਂ ਪੂਰਾ ਕਰਾਂਗਾ। ਸਤਿਗੁਰੂ ਕਹਿੰਦੇ, ਬਾਦਸ਼ਾਹ ਔਰੰਗਜ਼ੇਬ, ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਸਾਡਾ ਕੋਈ ਸਵਾਲ ਨਹੀਂ। ਉਹ ਫਿਰ ਕਹਿੰਦਾ, ਮਹਾਰਾਜ ਨਹੀਂ, ਮੇਰੀ ਇੱਛਾ ਹੈ ਨਾ, ਮੈਂ ਕੁਛ ਤੁਹਾਡੀ ਸੇਵਾ ਕਰਾਂ। ਤੁਹਾਨੂੰ ਨਹੀਂ, ਪਰ ਮੈਨੂੰ ਤਾਂ ਹੈ। ਮੈਂ ਜੋ ਵੀ ਤੁਸੀਂ ਕਹੋਗੇ, ਕਿਸੇ ਦੇਸ਼ ਦਾ ਰਾਜ ਮੰਗੋਗੇ ਤਾਂ ਦੇ ਦਿਆਂਗਾ। ਜੇ ਮੈਨੂੰ ਮੇਰੇ ਖਜ਼ਾਨੇ ਮੰਗੋਗੇ, ਮੈਂ ਸਾਰੇ ਹਾਜ਼ਰ ਕਰ ਦਿਆਂਗਾ। ਮੈਂ ਤੁਹਾਡੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ। ਤੁਹਾਡੀ ਬਾਣੀ ਪੜ੍ਹ ਕੇ ਮੇਰੀ ਆਤਮਾ, ਰੂਹ ਕੰਬ ਗਈ ਹੈ। ਕਿਰਪਾ ਕਰੋ, ਮੈਨੂੰ ਕੋਈ ਸਵਾਲ ਮਾਰੋ, ਕੋਈ ਮੇਰੇ ਅੱਗੇ ਕੋਈ ਆਪਣਾ ਸਵਾਲ ਰੱਖੋ। ਦੂਜੀ ਵਾਰ ਉਹਨੇ ਕਿਹਾ। ਮਹਾਰਾਜ ਕਹਿੰਦੇ, ਨਹੀਂ ਔਰੰਗਜ਼ੇਬ, ਸਾਨੂੰ ਕਿਸੇ ਚੀਜ਼ ਦੀ ਇੱਛਾ ਹੀ ਨਹੀਂ, ਅਤੇ ਤੈਨੂੰ ਕੀ ਕਹੀਏ ਅਸੀਂ। ਤੀਜੀ ਵਾਰ ਔਰੰਗਜ਼ੇਬ ਕਹਿੰਦਾ, ਨਹੀਂ ਮਹਾਰਾਜ, ਕੁਛ ਤਾਂ ਮੈਨੂੰ ਸੇਵਾ ਬਖਸ਼ੋ। ਮਹਾਰਾਜ ਕਹਿੰਦੇ, ਜੇ ਤੂੰ ਇੰਨਾ ਹੀ ਖੇੜੇ ਪੈ ਗਿਆ ਨਾ, ਆਹ ਬੇਰਾਂ ਦੇ ਜਿਹੜੇ ਬਾਗ ਦੇ ਵਿੱਚ ਬੇਰੀਆਂ ਲੱਗੀਆਂ, ਬੇਰ ਲੱਗੇ ਆ, ਆਪਣੇ ਹੱਥ ਨਾਲ ਇੱਕ ਬੇਰ ਤੋੜ ਕੇ ਖਵਾ ਦੇ ਸਾਨੂੰ। ਔਰੰਗਜ਼ੇਬ ਉੱਠਿਆ। ਬਾਗ ਦੇ ਵਿੱਚ, ਸੁਪਨੇ ਦੇ ਵਿੱਚ ਹੀ, ਕਹਿੰਦੇ ਬਾਗ ਦੇ ਵਿੱਚ
ਉਹ ਬੇਰ ਤੋੜਨ ਵਾਸਤੇ ਬੇਰੀ ਨੂੰ ਹੱਥ ਲਾਉਂਦਾ। ਜਿਹੜੇ ਵੀ ਬੇਰ ਨੂੰ ਹੱਥ ਲਾਉਂਦਾ ਉਹਦੇ 'ਚ ਸੁਆਹ ਨਿਕਲਦੀ ਹੈ। ਦੂਸਰੇ ਨੂੰ ਹੱਥ ਲਾਉਂਦਾ ਉਹ ਤੋਂ ਸੁਆਹ ਨਿਕਲਦੀ ਹੈ। ਤੀਸਰੇ ਨੂੰ ਹੱਥ ਲਾਉਂਦਾ ਉਹ 'ਚ ਸੁਆਹ ਨਿਕਲਦੀ ਹੈ। 500 ਕਿੱਲੇ ਦਾ ਬਾਗ ਸੁਪਨੇ ਦੇ ਵਿੱਚ ਸਾਰਿਆਂ ਨੂੰ ਹੱਥ ਲਾ ਲਾ ਕੇ ਟੋ ਕੇ ਦੇਖ ਕੇ ਖਾਲੀ ਆ ਗਿਆ। ਆ ਕੇ ਗੁਰੂ ਸਾਹਿਬ ਨੂੰ ਕਹਿੰਦਾ, ਗੁਰੂ ਜੀ ਖਿਮਾ ਕਰਨਾ, ਇਸ ਬਾਗ ਦੇ ਜਿੰਨੇ ਵੀ ਬੇਰ ਮੈਂ ਹੱਥ ਲਾਇਆ ਸਾਰੇ ਸੁਆਹ ਨਿਕਲੀ ਹੈ। ਸਤਿਗੁਰੂ ਕਲਗੀਧਰ ਮਾੜਾ ਜਿਹਾ ਮੁਸਕਰਾਏ। ਉਹਨਾਂ ਦੇ ਮੁਸਕਰਾਹਟ ਦੇ ਵਿੱਚ ਵਿਅੰਗ ਸੀਗਾ। ਕੀ ਮੁਸਕਰਾਹਟ ਸੀ ਮਹਾਰਾਜ ਦੀ, ਕੀ ਭਾਵ ਸੀਗਾ ਕਿ ਵੀ ਔਰੰਗਜ਼ੇਬ ਤੇਰੀ ਔਕਾਤ ਤੇ ਸਾਨੂੰ ਇੱਕ ਬੇਰ ਖਵਾਉਣ ਜਿੰਨੀ ਵੀ ਨਹੀਂ ਹੈ। ਤੂੰ ਸਾਨੂੰ ਇੱਕ ਬੇਰ ਵੀ ਨਹੀਂ ਖਵਾ ਸਕਦਾ। ਤੇਰੀ ਇੰਨੀ ਕੁ ਅਹਿਮੀਅਤ ਹੈ, ਇੰਨੀ ਕੁ ਔਕਾਤ ਹੈ, ਅਤੇ ਤੂੰ ਸਾਨੂੰ ਹੋਰ ਕੀ ਸਵਾਲ ਸਾਡਾ ਕੀ ਪੂਰਾ ਕਰ ਸਕਦਾ ਜੇ ਸਾਨੂੰ ਬੇਰ ਨਹੀਂ ਖਵਾ ਸਕਦਾ ਤਾਂ। ਬਸ ਇਹ ਮਹਾਰਾਜ ਮੁਸਕਰਾਏ ਹਨ ਅਤੇ ਔਰੰਗਜ਼ੇਬ ਦੇ ਅੰਦਰ ਇਹ ਖਿਆਲ ਆਇਆ ਵੀ ਗੁਰੂ ਸਾਹਿਬ ਕਹਿ ਰਹੇ ਨੇ ਵੀ ਤੇਰੀ ਕੀ ਔਕਾਤ ਹੈ, ਤੂੰ ਸਾਨੂੰ ਕੀ ਦੇ ਸਕਦਾ। ਅਤੇ ਔਰੰਗਜ਼ੇਬ ਦੀ ਜਾਗ ਖੁੱਲ੍ਹ ਗਈ। ਬੜਾ ਰੋਇਆ। ਫਿਰ ਉਹਨੇ ਇੱਕ ਪੰਧਨਾਮਾ ਲਿਖਿਆ, ਅਖੀਰਲੀ ਨਸੀਹਤ ਲਿਖੀ, ਜਿਹੜੀ ਅੱਜ ਕੱਲ੍ਹ ਅਲੀਗੜ੍ਹ ਯੂਨੀਵਰਸਿਟੀ ਦੇ ਵਿੱਚ ਪਈ ਹੈ। ਉਹਦੇ ਵਿੱਚ ਔਰੰਗਜ਼ੇਬ ਲਿਖਦਾ ਆਪਣੇ ਬੱਚਿਆਂ ਨੂੰ ਕਿ ਮੇਰੇ ਵਰਗਾ ਦੁਨੀਆ 'ਤੇ ਪਾਪੀ ਕੋਈ ਨਹੀਂ। ਮੈਂ ਇਸ ਜ਼ਿੰਦਗੀ ਦੇ ਵਿੱਚ ਕੋਈ ਚੰਗਾ ਕੰਮ ਨਹੀਂ ਕੀਤਾ, ਕੋਈ ਨੇਕੀ ਨਹੀਂ ਕੀਤੀ। ਜਿਹੜੀਆਂ ਚੀਜ਼ਾਂ ਨੂੰ ਮੈਂ ਨੇਕੀ ਸਮਝਦਾ ਰਿਹਾ ਉਹ ਤਾਂ ਨੇਕੀ ਹੈ ਹੀ ਨਹੀਂ ਸੀ। ਉਹ ਤਾਂ ਨੇਕੀ ਦਾ ਵਿਖਾਵਾ ਸੀ। ਅਸਲ ਜਿਹੜੀ ਨੇਕੀ ਹੈ ਉਹਦਾ ਮੈਨੂੰ ਪਤਾ ਨਹੀਂ ਲੱਗਾ। ਔਰੰਗਜ਼ੇਬ ਆਪਣੇ ਬੱਚਿਆਂ ਨੂੰ ਕਹਿੰਦਾ ਤੁਸੀਂ ਐਸੇ ਕੰਮ ਨਾ ਕਰਿਆ ਜੇ। ਸੋ ਸਾਧ ਸੰਗਤ ਜੀ, ਮਨਮੁਖ ਸੰਤਾਂ ਨਾਲ ਵੈਰ ਕਰ। ਮਨਮੁਖ ਸੰਤਾਂ ਮਹਾਂਪੁਰਸ਼ਾਂ ਨਾਲ ਦੁਸ਼ਮਣੀ ਕਰਦੇ ਨੇ। ਦੁੱਖ ਖੱਟੇ ਸੰਸਾਰ ਵਿੱਚ ਦੁੱਖਾਂ ਦੀ ਕਮਾਈ ਖੱਟੀ ਕਰਦੇ ਨੇ। ਖੋਟੇ ਖਰੇ ਪਰਖੀਅਨ ਤਿਤ ਸੱਚੈ ਦਰਬਾਰਾ ਰਾਮ। ਉਸ ਵਾਹਿਗੁਰੂ ਦੇ ਦਰਬਾਰ ਵਿੱਚ ਖੋਟੇ ਖਰਿਆਂ ਦੀ ਵੱਖਰੀ ਵੱਖਰੀ ਪਛਾਣ ਹੋ ਜਾਂਦੀ ਹੈ। ਸੋ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਸੇਤੀ। ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ। ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ। ਅੰਗੀਕਾਰ ਕਰੇ ਤੇਰਾ। ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ। ਕਹਿ ਨਾ